हाँ जी राजे, वेलकम है तुहाडा BSc पार्ट 1 नॉन मैडिकल ਅਤੇ BA1 मैथमैटिक्स ਦੇ स्टूडेंट्स। ਆਪਾਂ ਨੇ अलजबरा एंड ट्रिग्नोमेट्री ਦੀ बुक स्टार्ट ਕੀਤੀ ਹੋਈ ਹੈ, ਜਿਹਦਾ ਲਾਸਟ ਚੈप्टर ਚੱਲ ਰਿਹਾ ਸੀਗਾ ਆਈਗਨ ਵੈਲਿਊ, ਆਈਗਨ ਵੈਕਟਰਸ ਐਂਡ ਕੈਲੇ-ਹੈਮਿਲਟਨ ਥਿਊਰਮ। ਹੁਣ ਤੱਕ ਆਪਾਂ 2 ਲੈਕਚਰ ਇਹਦੇ ਤੇ ਲਗਾ ਚੁੱਕੇ। ਫਸਟ ਲੈਕਚਰ ਦੇ ਵਿੱਚ ਪਹਿਲੇ ਪਾਰਟ ਦੇ ਵਿੱਚ ਆਪਾਂ ਨੇ ਆਈਗਨ ਵੈਲਿਊਜ਼ ਕੀ ਹੁੰਦੀਆਂ ਨੇ, ਕਿਵੇਂ ਪਤਾ ਕਰਦੇ ਆ, ਸਿੰਥੈਟਿਕ ਡਿਵੀਜ਼ਨ ਮੈਥਡ ਕੀ ਹੁੰਦਾ, ਕਿਸ ਤਰ੍ਹਾਂ ਨਾਲ ਸਿੰਥੈਟਿਕ ਡਿਵੀਜ਼ਨ ਮੈਥਡ ਯੂਜ਼ ਕਰਕੇ 3 ਆਰਡਰ ਦੀ ਇਕੁਏਸ਼ਨ ਤੋਂ 2 ਆਰਡਰ ਦੀ ਇਕੁਏਸ਼ਨ ਪਤਾ ਕੀਤੀ ਜਾਂਦੀ ਹੈ। ਇਹ ਕੰਮ ਕਾਫੀ ਡਿਟੇਲ ਦੇ ਵਿੱਚ ਕੀਤਾ ਸੀ, ਇਹਦੀਆਂ ਐਗਜ਼ਾਮਪਲਸ ਕੀਤੀਆਂ ਸੀ। ਪਾਰਟ 2 ਸੈਕੰਡ ਲੈਕਚਰ ਦੇ ਵਿੱਚ ਆਪਾਂ ਨੇ ਕੱਲ ਆਈਗਨ ਵੈਕਟਰਸ ਬਾਰੇ ਪੜਿਆ ਸੀਗਾ ਕਿ ਆਈਗਨ ਵੈਲਿਊਜ਼ ਆਫ ਮੈਟ੍ਰਿਕਸ A ਆਉਣ ਤੋਂ ਬਾਅਦ ਹਰੇਕ ਆਈਗਨ ਵੈਲਿਊ ਦੇ ਕੋਰਸਪੋਂਡਿੰਗ ਇੱਕ ਆਈਗਨ ਵੈਕਟਰ ਪਤਾ ਕਰਦੇ ਆ। ਕਿਸ ਤਰ੍ਹਾਂ ਨਾਲ ਆਈਗਨ ਵੈਕਟਰ ਪਤਾ ਕਰਦੇ ਆ, ਸਾਰਾ ਕੰਮ ਕੱਲ ਦੀ ਕਲਾਸ ਦੇ ਵਿੱਚ ਹੋ ਚੁੱਕਿਆ ਸੀ। ਜਿਹੜੇ ਕੋਈ ਬੱਚੇ ਨਵੇਂ ਆਏ ਨੇ ਜਾਂ ਕੱਲ ਕਲਾਸ ਅਟੈਂਡ ਨਾ ਕੀਤੀ, ਆਪਣੀ ਕੱਲ ਦੇ ਕਲਾਸ ਦੀ ਵੀਡੀਓ ਤੁਹਾਨੂੰ ਗਰੁੱਪ ਦੇ ਵਿੱਚ ਸ਼ੇਅਰ ਕੀਤੀ ਜਾ ਚੁੱਕੀ ਹੈ। ਉਸ ਵੀਡੀਓ ਨੂੰ ਦੇਖੋ, ਇਹਦੀ ਬਹੁਤ ਜ਼ਿਆਦਾ ਲੋੜ ਹੈ ਅੱਜ ਮੈਨੂੰ। ਜਿਹਨੂੰ ਆਈਗਨ ਵੈਕਟਰ ਪਤਾ ਕਰਨੇ ਨਹੀਂ ਆਉਂਦੇ, ਮੈਂ ਥੋੜੇ ਮਿੰਟ ਲਈ ਰਿਵਾਈਜ਼ ਕਰ ਦੂੰਗਾ ਟੌਪਿਕ, ਉਹ ਸਿੱਖ ਲਿਓ। ਡਿਟੇਲ ਦੇ ਵਿੱਚ ਸਿੱਖਣਾ ਹੈ ਕਿ ਕਿਵੇਂ ਆਈਗਨ ਵੈਕਟਰ ਪਤਾ ਕੀਤੇ ਜਾਂਦੇ ਨੇ, ਤਾਂ ਉਹ ਕੱਲ ਵਾਲੀ ਵੀਡੀਓ ਧਿਆਨ ਨਾਲ ਸੁਣ ਲਿਓ। ਸੋ ਹੁਣ ਮੈਂ ਇਹ ਮੰਨ ਕੇ ਚੱਲਦਾ ਕਿ ਤੁਹਾਨੂੰ ਆਈਗਨ ਵੈਲਿਊਜ਼ ਅਤੇ ਆਈਗਨ ਵੈਕਟਰਸ ਪਤਾ ਕਰਨੇ ਆਉਂਦੇ ਆ। ਮੈਂ 5 ਮਿੰਟਾਂ ਲਈ ਰਿਵਾਈਜ਼ ਕਰ ਰਿਹਾ। ਸਭ ਤੋਂ ਪਹਿਲਾਂ ਤਾਂ ਦਿੱਤੀ ਹੋਈ ਕੋਫੀਸ਼ੀਐਂਟ ਮੈਟ੍ਰਿਕਸ A ਤੋਂ ਬਾਅਦ ਆਪਾਂ ਨੇ ਇੱਕ A-λI ਦੀ ਮੈਟ੍ਰਿਕਸ ਪਤਾ ਕਰਨੀ ਆ। ਦਿੱਤੀ ਗਈ ਕੋਈ ਸਕੁਅਰ ਮੈਟ੍ਰਿਕਸ A ਦੀਆਂ ਡਾਇਗਨਲ ਐਂਟਰੀਜ਼ ਦੇ ਵਿੱਚੋਂ ਲੈਮਡਾ 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 ਮਾਈਨਸ ਕਰ ਦਿਓ, ਇਹ ਮੈਟ੍ਰਿਕਸ ਬਣ ਗਈ A-λI ਦੀ। ਹੁਣ ਆਪਾਂ ਨੇ ਪਤਾ ਕਰਨੀ ਹੈ ਕਰੈਕਟਰਿਸਟਿਕ ਇਕੁਏਸ਼ਨ ਆਫ ਗਿਵਨ ਸਕੁਅਰ ਮੈਟ੍ਰਿਕਸ A। ਇਹਦੇ ਲਈ A-λI ਮੈਟ੍ਰਿਕਸ ਦਾ ਡਿਟਰਮੀਨੈਂਟ ਕਰਨਾ, ਡਿਟਰਮੀਨੈਂਟ ਨੂੰ 0 ਦੇ ਇਕੁਅਲ ਰੱਖਣਾ। ਡਿਟਰਮੀਨੈਂਟ ਕਰਨ ਵੇਲੇ ਐਕਸਪੈਂਡ ਬਾਈ ਰੋ 1 ਨੂੰ ਜਰਨਲੀ ਯੂਜ਼ ਕੀਤਾ ਜਾਂਦਾ, ਬਹੁਤ ਧਿਆਨ ਨਾਲ ਕਰਨਾ, ਇੱਥੇ ਮਿਸਟੇਕ ਹੋਣ ਦੇ ਚਾਂਸਸ ਨੇ। ਸੋ A-λI ਮੈਟ੍ਰਿਕਸ ਦਾ ਡਿਟਰਮੀਨੈਂਟ ਕਰ ਲਿਆ, ਉਹਨੂੰ 0 ਦੇ ਇਕੁਅਲ ਰੱਖ ਲਿਆ। ਇਹ ਆਪਣੇ ਕੋਲੇ ਜਿੰਨੇ ਆਰਡਰ ਦੀ A ਮੈਟ੍ਰਿਕਸ ਸੀ ਉਨੇ ਆਰਡਰ ਦੀ ਇੱਕ ਕਰੈਕਟਰਿਸਟਿਕ ਇਕੁਏਸ਼ਨ ਆ ਗਈ। ਇੱਕ ਤਾਂ ਇਹ ਕੰਮ ਆਪਾਂ ਨੇ ਕੀਤਾ ਸੀ। ਉਸ ਤੋਂ ਬਾਅਦ ਸਿੰਥੈਟਿਕ ਡਿਵੀਜ਼ਨ ਮੈਥਡ ਯੂਜ਼ ਕਰਕੇ A-λI ਜਿਹੜੀ ਕੋਫੀਸ਼ੀਐਂਟ ਮੈਟ੍ਰਿਕਸ ਦਾ ਡਿਟਰਮੀਨੈਂਟ ਕਰਨ ਤੋਂ ਬਾਅਦ ਕਰੈਕਟਰਿਸਟਿਕ ਇਕੁਏਸ਼ਨ ਆਈ ਆ, ਇਹਦੇ ਰੂਟ ਪਤਾ ਕਰ ਲੈਣੇ ਆ। ਲੈਮਡਾ ਦੀਆਂ 3 ਵੈਲਿਊਜ਼ ਆ ਜਾਣਗੀਆਂ, ਇਹੀ 3 ਵੈਲਿਊਜ਼ ਤੁਹਾਡੀਆਂ ਆਈਗਨ ਵੈਲਿਊਜ਼ ਕਹੀਆਂ ਜਾਂਦੀਆਂ ਨੇ। ਹੁਣ ਹਰੇਕ ਆਈਗਨ ਵੈਲਿਊ ਨੂੰ ਟਰਨ ਬਾਈ ਟਰਨ ਹਰੇਕ ਆਈਗਨ ਵੈਲਿਊ ਨੂੰ ਪੁੱਟ ਕਰਨਾ A-λI into x equal to 0 ਦੇ ਵਿੱਚ। A-λI into x equal to 0 ਮੈਟ੍ਰਿਕਸ ਦੇ ਵਿੱਚ। ਫॉर ਐਗਜ਼ਾਮਪਲ ਤੇ ਆ ਸੀ ਆਪਣੇ ਕੋਲੇ ਆਈਗਨ ਵੈਲਿਊ 3 ਹੈ, ਤਾਂ ਆਪਾਂ ਨੇ A-3i into x ਦੀ ਮੈਟ੍ਰਿਕਸ ਬਣਾ ਲਈ। ਇੱਥੇ 3 3 3 ਪੁੱਟ ਕਰਕੇ ਆਪਣੇ ਕੋਲੇ ਇੱਕ A-λI ਨਾਮ ਦੀ ਮੈਟ੍ਰਿਕਸ ਬਚ ਗਈ। ਹੁਣ ਆਪਾਂ ਨੇ ਇਸ A-3i ਜਾਂ A-λI into x equal to 0 ਵੈਕਟਰ ਮੈਟ੍ਰਿਕਸ ਦਾ ਇੱਕ ਸਿਸਟਮ ਆ ਗਿਆ। ਇਸ ਸਿਸਟਮ ਤੇ ਰੈਂਕ ਮੈਥਡ ਫੋਲੋ ਕਰ ਲੈਣਾ। ਪਹਿਲੇ ਡਾਇਗਨਲ ਐਲੀਮੈਂਟ ਨੂੰ 1 ਬਣਾ ਕੇ ਉਹਦੇ ਬਿਲੋ ਚ 0, ਦੂਜੇ ਡਾਇਗਨਲ ਐਲੀਮੈਂਟ ਨੂੰ 1 ਬਣਾ ਕੇ ਉਹਦੇ ਨੀਚੇ 0। ਐਦਾਂ ਪ੍ਰੋਸੈਸ ਫੋਲੋ ਕਰਕੇ ਤੁਸੀਂ ਇਸ ਸਿਸਟਮ ਦਾ ਰੈਂਕ ਪਤਾ ਕਰ ਲੈਣਾ। ਰੈਂਕ ਆਉਣ ਤੋਂ ਬਾਅਦ ਜਿਵੇਂ ਮੰਨ ਲਓ ਇੱਥੇ ਰੈਂਕ 1 ਆ ਗਿਆ, 2 0 ਰੋ ਸੀਗੀਆਂ ਛੱਡਤੀਆਂ, ਇੱਕ ਨॉन ਜ਼ੀਰੋ ਰੋ ਬਚ ਗਈ। ਉਸ ਤੋਂ ਬਾਅਦ ਆਪਾਂ ਨੇ ਪਤਾ ਕਰਨੇ ਆ ਨੰਬਰ ਆਫ ਲੀਨੀਅਰ ਇੰਡੀਪੈਂਡੈਂਟ ਸੋਲੂਸ਼ਨਸ। ਜਿਹੜੇ ਦਿੱਤੇ ਹੋਏ ਨੰਬਰ ਆਫ ਵੇਰੀਏਬਲਸ ਦੇ ਵਿੱਚੋਂ ਰੈਂਕ ਮਾਈਨਸ ਕਰਨ ਤੋਂ ਬਾਅਦ ਆਉਣਗੇ। ਸੋ 3 ਵੇਰੀਏਬਲ ਸੀ, ਇੱਕ ਰੈਂਕ ਆਇਆ ਤਾਂ 2 ਬਚ ਗਏ ਲੀਨੀਅਰ ਇੰਡੀਪੈਂਡੈਂਟ ਸੋਲੂਸ਼ਨ। ਹੁਣ ਨੰਬਰ ਆਫ ਲੀਨੀਅਰ ਇੰਡੀਪੈਂਡੈਂਟ ਸੋਲੂਸ਼ਨਸ ਦੇ ਅਕੋਰਡਿੰਗ ਵੱਖ-ਵੱਖ ਸੋਲੂਸ਼ਨ ਆਉਣਗੇ। ਜੇ ਇੱਕ ਲੀਨੀਅਰ ਇੰਡੀਪੈਂਡੈਂਟ ਸੋਲੂਸ਼ਨ ਆਉਂਦਾ ਤਾਂ ਬਾਕੀ ਬਚਦੇ ਸਿਸਟਮ ਦੇ ਵਿੱਚ ਕਿਸੇ ਵੀ ਇੱਕ ਵੇਰੀਏਬਲ ਦੀ ਵੈਲਿਊ ਨੂੰ ਸਿਰਫ ਇੱਕ ਵਾਰ ਮੰਨ ਕੇ ਇੱਕ ਆਨਸਰ ਕੱਢ ਲੈਣਾ। ਜੇ 2 ਲੀਨੀਅਰ ਇੰਡੀਪੈਂਡੈਂਟ ਸੋਲੂਸ਼ਨ ਆਉਂਦੇ ਨੇ ਤਾਂ ਬਾਕੀ ਬਚਦੇ ਸਿਸਟਮ ਆਫ ਇਕੁਏਸ਼ਨਸ ਦੇ ਵਿੱਚ ਕਿਸੇ ਵੀ 2 ਵੇਰੀਏਬਲਸ ਦੀਆਂ ਵੈਲਿਊਜ਼ ਨੂੰ 2 ਵਾਰ ਅਲੱਗ-ਅਲੱਗ ਮੰਨਣਾ, ਤਾਂ 2 ਅਲੱਗ-ਅਲੱਗ ਆਨਸਰ ਆਉਣਗੇ। ਇਹ ਜਿਹੜੇ ਆਨਸਰ ਆ ਰਹੇ ਨੇ x y z ਦੀ ਵੈਲਿਊ ਆ ਰਹੀ ਆ, ਇਹੀ ਆਪਣਾ ਆਈਗਨ ਵੈਕਟਰ ਹੈ। ਪਹਿਲੀ ਵੈਲਿਊ ਦੇ ਕੋਰਸਪੋਂਡਿੰਗ ਇੱਕ ਸੋਲੂਸ਼ਨ ਆ ਗਿਆ, ਉਹ ਪਹਿਲਾ ਆਈਗਨ ਵੈਕਟਰ ਹੋ ਗਿਆ। ਦੂਜੀ ਵੈਲਿਊ ਦੇ ਕੋਰਸਪੋਂਡਿੰਗ ਦੂਜਾ ਸੋਲੂਸ਼ਨ ਆ ਗਿਆ, ਉਹ ਦੂਜਾ ਆਈਗਨ ਵੈਕਟਰ ਹੋ ਗਿਆ। ਤੀਜੀ ਵੈਲਿਊ ਦੇ ਕੋਰਸਪੋਂਡਿੰਗ ਤੀਜਾ ਸੋਲੂਸ਼ਨ ਆ ਗਿਆ, ਉਹ ਤੀਜਾ ਆਈਗਨ ਵੈਕਟਰ ਹੋ ਗਿਆ। ਬੁੱਕ ਨਾਲੋਂ ਤੁਹਾਡੀਆਂ ਵੈਲਿਊਜ਼ ਦੇਖਣ ਨੂੰ ਵੱਖਰੀਆਂ ਹੋ ਸਕਦੀਆਂ ਨੇ, ਕੋਈ ਇਸ਼ੂ ਨਹੀਂ, ਕੰਮ ਚੱਲ ਜੂਗਾ। ਕਿਉਂਕਿ ਆਪਾਂ ਜਦੋਂ ਵੈਰੀਏਬਲ ਦੀ ਵੈਲਿਊ ਮੰਨਦੇ ਆ, ਮੰਨ ਲਓ x ਦੀ ਵੈਲਿਊ ਨੂੰ z ਦੀ ਵੈਲਿਊ ਨੂੰ ਤੁਸੀਂ 0 ਮੰਨ ਲਿਆ, ਕਿਸੇ ਨੇ 1 ਮੰਨ ਲਿਆ, ਕਿਸੇ ਨੇ 5 ਮੰਨ ਲਿਆ। ਸੋ ਓਬਵੀਅਸਲੀ ਵੈਲਿਊਜ਼ ਦੇਖਣ ਨੂੰ ਫਰਕ ਹੋਣਗੀਆਂ, ਪਰ ਆਈਗਨ ਵੈਕਟਰ ਦਾ ਕੋਈ ਪ੍ਰੋਬਲਮ ਨਹੀਂ, ਆਈਗਨ ਵੈਕਟਰ ਸੇਮ ਹੀ ਹੋਊਗਾ। ਇਹ ਕੰਮ ਆਪਾਂ ਨੇ ਕੱਲ ਤੱਕ ਕਰਿਆ ਸੀ। ਸੋ ਆਈਗਨ ਵੈਕਟਰਸ ਬਾਰੇ ਆਪਾਂ ਨੇ ਕੱਲ ਪਤਾ ਕਰਿਆ ਸੀਗਾ। ਜਿਵੇਂ ਇੱਥੇ 2 ਰੈਂਕ ਆ ਰਿਹਾ ਤਾਂ ਪਹਿਲਾਂ ਤਾਂ ਬਾਕੀ ਬਚਦਾ ਸਿਸਟਮ ਆਫ ਇਕੁਏਸ਼ਨ ਲਿਖਦੇ ਆ। ਆ ਰਿਮੇਨਿੰਗ ਸਿਸਟਮ ਆਫ ਇਕੁਏਸ਼ਨ ਆ ਗਈ।
ਇਸ ਤੋਂ ਬਾਅਦ ਆਪਣੇ ਕੋਲੇ ਦੋ ਲੀਨੀਅਰ ਇੰਡੀਪੈਂਡੈਂਟ ਸੋਲੂਸ਼ਨ ਆਏ ਸੀ। ਪਹਿਲੀ ਵਾਰੀ ਆਪਾਂ ਨੇ y ਨੂੰ ਮੰਨ ਲਿਆ z1 ਅਤੇ z ਨੂੰ ਮੰਨ ਲਿਆ 0x ਦੀ ਵੈਲਿਊ ਆ ਗਈ ਹੈ, ਪਹਿਲਾ ਆਈਗਨ ਵੈਕਟਰ ਆ ਗਿਆ। ਦੂਜੀ ਵਾਰੀ ਆਪਾਂ ਕੁਝ ਹੋਰ ਵੈਲਿਊਜ਼ ਮੰਨ ਲਾਂਗੇ, ਪਹਿਲਾਂ ਨਾਲੋਂ ਬਦਲ ਲਾਂਗੇ। ਜੇ 1 0 ਮੰਨਿਆ ਤਾਂ 0 1 ਮੰਨ ਲੈਂਦੇ ਆ, y ਨੂੰ 0 ਮੰਨ ਲੈਂਦੇ ਆ, z ਨੂੰ 1 ਮੰਨ ਲੈਂਦੇ ਆ, ਉੱਥੋਂ x ਦੀ ਵੈਲਿਊ ਕੁਝ ਹੋਰ ਆ ਗਈ, ਇਹ ਦੂਜਾ ਆਈਗਨ ਵੈਕਟਰ ਆ ਗਿਆ। ਸੋ ਇਹਦੇ ਨਾਲ ਦਾ ਕੰਮ ਆਪਾਂ ਨੇ ਕੱਲ ਤੱਕ ਦੀ ਕਲਾਸ ਦੇ ਵਿੱਚ ਕਰਿਆ ਸੀ, ਇਹਨੂੰ ਆਪਾਂ ਆਈਗਨ ਵੈਕਟਰ ਕਹਿੰਦੇ ਆ। ਆਈਗਨ ਵੈਲਿਊਜ਼ ਅਤੇ ਆਈਗਨ ਵੈਕਟਰਸ ਪਤਾ ਕਰਨ ਦਾ ਕੰਮ ਬਹੁਤ ਇੰਪੋਰਟੈਂਟ ਹੈ। ਜਿਹਨੂੰ ਆਈਗਨ ਵੈਲਿਊਜ਼ ਅਤੇ ਆਈਗਨ ਵੈਕਟਰ ਕੱਢਣੇ ਆ ਗਏ ਉਹਦੀ ਅੱਧਾ ਚੈਪਟਰ ਹੋ ਗਿਆ। ਅੱਜ ਆਪਾਂ ਟੌਪਿਕ ਸਟਾਰਟ ਕਰਨ ਲੱਗ ਰਹੇ ਹਾਂ ਡਾਇਗੋਨਲਾਈਜ਼ੇਬਲ ਦਾ। Diagonalizable, if number of eigen values equals to the order of given equation A, then matrix is diagonalizable। ਜਿੰਨੀਆਂ ਵੈਲਿਊਜ਼ ਮੈਂ ਸਿੰਪਲ ਸ਼ਬਦਾਂ ਦੇ ਵਿੱਚ ਦੱਸ ਦਿੰਨਾ। ਦੂਜੀ ਗੱਲ ਆ ਧਿਆਨ ਨਾਲ ਸਮਝ ਲਓ, ਆਹ ਬਹੁਤ ਸੌਖੀ ਜੀ ਰੂ ਤੁਹਾਨੂੰ। if number of eigen values is less than the order of given matrix A, A is not diagonalizable। eigen values ਨਾ ਕਹੋ ਤੁਸੀਂ, eigen vectors ਕਰ ਲਓ। ਸਿੰਪਲ ਸ਼ਬਦਾਂ 'ਚ ਸਮਝ ਲਓ ਕਿ ਜਿੰਨੀਆਂ ਆਈਗਨ ਵੈਲਿਊਜ਼ ਆ ਰਹੀਆਂ ਨੇ, ਜੇ ਨੰਬਰ ਆਫ ਆਈਗਨ ਵੈਲਿਊਜ਼ ਨੰਬਰ ਆਫ ਆਈਗਨ ਵੈਕਟਰਸ ਦੇ ਬਰਾਬਰ ਆ ਗਿਆ ਤਾਂ ਦਿੱਤੀ ਹੋਈ ਮੈਟ੍ਰਿਕਸ ਡਾਇਗੋਨਲਾਈਜ਼ੇਬਲ ਹੈਗੀ ਹੈ। ਜੇ ਆਈਗਨ ਵੈਲਿਊਜ਼ ਘੱਟ ਆਈਗਨ ਵੈਲਿਊਜ਼ ਮੰਨ ਲਓ 3 ਆ ਰਹੀਆਂ ਨੇ, ਆਈਗਨ ਵੈਕਟਰ ਤੁਹਾਡੇ 2 ਆ ਰਹੇ ਨੇ, ਬਰਾਬਰ ਗਿਣਤੀ ਨਹੀਂ ਆ ਰਹੀ, ਤਾਂ ਦਿੱਤੀ ਹੋਈ ਮੈਟ੍ਰਿਕਸ ਹੈ ਜਿਹੜੀ ਡਾਇਗੋਨਲਾਈਜ਼ੇਬਲ ਨਹੀਂ ਹੋਏਗੀ। ਠੀਕ ਹੈ, ਕਦੋਂ ਮੈਟ੍ਰਿਕਸ ਡਾਇਗੋਨਲਾਈਜ਼ੇਬਲ ਹੋਊਗੀ? if number of eigen values equals to number of eigen vectors। eigen ਵੈਕਟਰਾਂ ਦੀ ਗਿਣਤੀ eigen values ਦੀ ਗਿਣਤੀ ਦੇ ਬਰਾਬਰ ਹੋਣਾ ਚਾਹੀਦਾ। ਤਿੰਨ eigen values ਆਉਣਗੀਆਂ ਤਾਂ ਪੱਕਾ ਹੀ ਸ਼ੋਰ ਹੈ, ਕਿਉਂਕਿ ਕੋਫੀਸ਼ੀਐਂਟ ਮੈਟ੍ਰਿਕਸ 3 ਆਰਡਰ ਦੀ ਆ, ਤਾਂ ਉਹਦੇ ਕੋਰਸਪੋਂਡਿੰਗ 3 eigen values ਆਉਣਗੀਆਂ ਹੀ ਆਉਣਗੀਆਂ। ਜੇ 3 eigen values ਆਉਂਦੀਆਂ ਨੇ, ਉਧਰੋਂ 3 eigen vectors ਆ ਰਹੇ ਨੇ, ਤਾਂ ਦਿੱਤੀ ਹੋਈ ਮੈਟ੍ਰਿਕਸ ਹੈ ਜਿਹੜੀ ਉਹ ਡਾਇਗੋਨਲਾਈਜ਼ੇਬਲ ਹੋਏਗੀ। ਜੇ ਆਈਗਨ ਵੈਕਟਰਸ ਦੀ ਕਾਊਂਟਿੰਗ ਘੱਟ ਆ ਰਹੀ ਹੈ, ਆਈਗਨ ਵੈਲਿਊਜ਼ ਵੱਧ ਨੇ, ਵੱਧ ਘੱਟ ਹੈ, ਤਾਂ ਦਿੱਤੀ ਹੋਈ ਮੈਟ੍ਰਿਕਸ ਡਾਇਗੋਨਲਾਈਜ਼ੇਬਲ ਨਹੀਂ ਹੋਏਗੀ। ਇਹ ਪਹਿਲਾ ਮਾਰਕ ਹੈ, ਇਹਨੂੰ ਧਿਆਨ ਨਾਲ ਸਮਝ ਲਿਓ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਹਾਊ ਟੂ ਡਾਇਗੋਨਲਾਈਜ਼ ਦਾ ਗਿਵਨ ਮੈਟ੍ਰਿਕਸ A, ਕਿ ਕਿਵੇਂ ਡਾਇਗੋਨਲਾਈਜ਼ੇਬਲ ਮੈਟ੍ਰਿਕਸ ਪਤਾ ਕਰਨੀ, ਅੱਜ ਦਾ ਮੇਨ ਟੌਪਿਕ ਹੈ। ਸਭ ਤੋਂ ਪਹਿਲੇ ਨੰਬਰ ਤੇ ਕੀ ਕਰ ਲੈਣਾ, we have to find all eigen values of matrix A। ਹੁਣ ਆਈਗਨ ਵੈਲਿਊਜ਼ ਕਿਵੇਂ ਪਤਾ ਕਰਦੇ ਆ, ਮੈਨੂੰ ਦੁਬਾਰਾ ਤੋਂ ਦੱਸਣ ਦੀ ਲੋੜ ਨਹੀਂ ਹੈਗੀ। ਠੀਕ ਹੈ, ਤੁਹਾਨੂੰ ਖੁਦ ਪਤਾ ਹੋਣਾ ਚਾਹੀਦਾ ਕਿ A ਮਾਈਨਸ ਲੈਮਡਾ ਆਈ ਨਾਮ ਦੀ ਮੈਟ੍ਰਿਕਸ ਫਾਰਮ ਕਰਦੇ ਆ, ਫਿਰ ਉਸ A ਮਾਈਨਸ ਲੈਮਡਾ ਆਈ ਮੈਟ੍ਰਿਕਸ ਦਾ ਡਿਟਰਮੀਨੈਂਟ ਕਰਦੇ ਆ। ਡਿਟਰਮੀਨੈਂਟ ਕਰਨ ਤੋਂ ਬਾਅਦ ਇੱਕ ਕਰੈਕਟਰਿਸਟਿਕ ਇਕੁਏਸ਼ਨ ਆਉਂਦੀ ਆ, ਉਸ ਕਰੈਕਟਰਿਸਟਿਕ ਇਕੁਏਸ਼ਨ ਤੇ ਸਿੰਥੈਟਿਕ ਡਿਵੀਜ਼ਨ ਮੈਥਡ ਲਗਾ ਕੇ ਰੂਟਸ ਪਤਾ ਕਰਦੇ ਆ। ਉਹ ਜਿਹੜੇ ਰੂਟਸ ਆਉਂਦੇ ਨੇ, ਸਪੈਕਟਰਲ ਵੈਲਿਊਜ਼ ਆਉਂਦੀਆਂ ਨੇ, ਲੇਟੈਂਟ ਰੂਟ ਆਉਂਦੇ ਨੇ, ਕਰੈਕਟਰਿਸਟਿਕ ਰੂਟ ਆਉਂਦੇ ਨੇ, ਆਈਗਨ ਵੈਲਿਊਜ਼ ਆਉਂਦੀਆਂ ਨੇ, ਲੈਮਡਾ ਦੀਆਂ ਵੈਲਿਊਜ਼ ਨੇ, ਉਹੀ ਆਈਗਨ ਵੈਲਿਊਜ਼ ਨੇ। ਦੈਨ ਦੂਜਾ ਸਟੈਪ ਕੀ ਹੈ, ਫॉर ਈਚ ਆਈਗਨ ਵੈਲਿਊ फाइंड इट्स कॉरेस्पॉन्डिंग आइगन वेक्टर, कि हरेक आइगन वैल्यू के कॉरेस्पॉन्डिंग एक आइगन वेक्टर पता करना। ये किवें पता करना, ये भी तुहाडे कल दे लैक्चर दे विच आ, मैं थोड़ा जिहा दोबारा रिवाइज करवा देना, मैं हुणी दस के भी हटिया। कल्ली कल्ली आइगन वैल्यू नूं A माइनस लैमडा आई इंटू एक्स इक्वल टू 0 सिस्टम दे विच भरना आ, उहदे ते रैंक मैथड फॉलो करना आ। रैंक पता करन तो बाद नंबर ऑफ लीनियर इंडिपेंडेंट सोल्यूशन कढ़ना है, नंबर ऑफ गिवन वेरिएबल्स माइनस रैंक करके ਉਹਦੇ ਕੋਰਸਪੋਂਡਿੰਗ ਇੱਕ ਸੋਲੂਸ਼ਨ ਆ ਜਾਊਗਾ। ਠੀਕ ਹੈ, ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਦਿੱਤੀ ਹੋਈ ਸਕੁਅਰ ਮੈਟ੍ਰਿਕਸ ਦੀਆਂ ਆਈਗਨ ਵੈਲਿਊਜ਼ ਵੀ ਕੱਢ ਲੀਆਂ, ਆਈਗਨ ਵੈਕਟਰ ਵੀ ਕੱਢ ਲਏ। ਆਈਗਨ ਵੈਕਟਰ ਆਉਣ ਤੋਂ ਬਾਅਦ ਇਫ ਨੰਬਰ ਆਫ ਆਈਗਨ ਵੈਲਿਊਜ਼ ਇਜ਼ ਇਕੁਅਲ ਟੂ ਦਾ ਆਰਡਰ ਆਫ ਗਿਵਨ ਮੈਟ੍ਰਿਕਸ A, ਦੈਨ ਫਾਈਂਡ ਮੋਰਲ ਮੈਟ੍ਰਿਕਸ। ਕਿਹੜੀ ਆ? ਇੱਕ ਮੋਰਲ ਮੈਟ੍ਰਿਕਸ ਆ। ਮੋਰਲ ਮੈਟ੍ਰਿਕਸ ਨੂੰ ਆਪਾਂ P ਦਾ ਨਾਮ ਦੇਵਾਂਗੇ, ਕੈਪੀਟਲ P ਇੱਕ ਮੋਰਲ ਮੈਟ੍ਰਿਕਸ ਆ। ਇਹਦੇ ਵਿੱਚ ਕੀ ਆ? ਕਲੈਕਸ਼ਨ ਆਫ ਆਲ ਆਈਗਨ ਵੈਕਟਰਸ। ਜਿਹੜੇ ਆਈਗਨ ਵੈਕਟਰ ਆਏ ਨੇ ਨਾ, ਇੱਕ ਕਾਲਮ ਦੀ ਫਾਰਮ 'ਚ ਲਿਖਦੇ ਆ ਆਪਾਂ, ਪਹਿਲਾਂ x ਦੀ ਵੈਲਿਊ, ਫਿਰ y ਦੀ ਵੈਲਿਊ, ਫਿਰ z ਦੀ ਵੈਲਿਊ। ਪਹਿਲੀ ਕਾਲਮ 'ਚ ਪਹਿਲਾ ਵੈਕਟਰ, ਦੂਜੀ ਕਾਲਮ 'ਚ ਦੂਜਾ ਵੈਕਟਰ, ਤੀਜੀ ਕਾਲਮ 'ਚ ਤੀਜਾ ਵੈਕਟਰ। ਅੱਗੇ ਪਿੱਛੇ ਲਿਖੇ ਗਏ ਤਾਂ ਵੀ ਕੋਈ ਫਰਕ ਨਹੀਂ, ਪਹਿਲਾਂ ਤੁਸੀਂ ਦੂਜਾ ਵੈਕਟਰ ਲਿਖਤਾ, ਬਾਅਦ 'ਚ ਪਹਿਲਾ ਵੈਕਟਰ ਲਿਖਤਾ, ਜਾਂ ਬਾਅਦ 'ਚ ਤੀਜਾ ਵੈਕਟਰ ਲਿਖਤਾ, ਕੋਈ ਪ੍ਰੋਬਲਮ ਨਹੀਂ। ਮੋਰਲ ਮੈਟ੍ਰਿਕਸ ਕੀ ਚੀਜ਼ ਆ? ਕਲੈਕਸ਼ਨ ਆਫ ਆਲ ਆਈਗਨ ਵੈਕਟਰਸ ਹੈ। ਜੇ 3 ਆਈਗਨ ਵੈਕਟਰ ਆ ਰਹੇ ਨੇ ਤਾਂ ਤਿੰਨਾਂ ਆਈਗਨ ਵੈਕਟਰਸ ਨੂੰ ਇੱਕ ਮੈਟ੍ਰਿਕਸ ਦੀ ਫਾਰਮ ਦੇ ਵਿੱਚ ਲਿਖ ਦਿਓ, ਇਹ ਤੁਹਾਡੀ ਮੋਰਲ ਮੈਟ੍ਰਿਕਸ ਬਣ ਜਾਊਗੀ। ਇਹਦਾ ਨਾਮ ਹੋਊਗਾ ਕੈਪੀਟਲ P। ਸੋ ਆਪਾਂ ਨੇ ਇੱਕ P ਮੈਟ੍ਰਿਕਸ ਕਰ ਲਈ ਜਿਹੜੀ ਕਿ ਮੋਰਲ ਮੈਟ੍ਰਿਕਸ ਆ। ਉਸ ਤੋਂ ਬਾਅਦ ਆ ਸੀਗੀ P, ਇਦਾਂ ਹੀ ਲਿਖ ਦੇਣੀ ਆ, ਦੇਖੋ ਪਹਿਲਾ ਆਈਗਨ ਵੈਕਟਰ, ਦੂਜਾ ਆਈਗਨ ਵੈਕਟਰ, ਤੀਜਾ ਆਈਗਨ ਵੈਕਟਰ। ਹੁਣ ਆਪਾਂ ਨੇ ਫਾਈਂਡ ਕਰਨਾ ਇਨਵਰਸ ਆਫ P, P ਦਾ ਇਨਵਰਸ ਪਤਾ ਕਰਨਾ
ਕਿਸੇ ਮੈਟ੍ਰਿਕਸ ਦਾ ਇਨਵਰਸ ਕਿਵੇਂ ਪਤਾ ਕਰਨਾ ਤੁਹਾਨੂੰ ਵਧੀਆ ਤਰੀਕੇ ਨਾਲ ਆਉਂਦਾ ਆ। ਪਲੱਸ 2 ਚ ਤੁਸੀਂ ਮਾਈਨਰ ਕੋਫੈਕਟਰ ਕਰਕੇ ਕੱਢਦੇ ਰਹੇ ਹੋ, ਜਾਂ ਤੁਸੀਂ ਕੀ ਕੰਮ ਕਰ ਲੈਣਾ, ਇੱਕ ਪਾਸੇ P ਰੱਖ ਲੈਣਾ, ਸੱਜੇ ਪਾਸੇ ਆਈਡੈਂਟੀਟੀ ਮੈਟ੍ਰਿਕਸ ਰੱਖ ਲੈਣੀ ਆ। P ਨੂੰ ਆਈਡੈਂਟੀਟੀ ਬਣਾ ਲਓ, ਰਾਈਟ ਸਾਈਡ ਤੇ ਜਿਹੜਾ ਵੀ ਕੁਝ ਤਿਆਰ ਹੋ ਰਿਹਾ ਉਹ P ਦਾ ਇਨਵਰਸ ਆ। ਇਨਵਰਸ ਕੱਢਣਾ ਤਾਂ ਸਭ ਨੂੰ ਆਉਂਦਾ, ਮੈਨੂੰ ਹੈਂਡ ਰੇਜ਼ ਕਰਕੇ ਦੱਸੋ ਜਿਹਨੂੰ ਇਨਵਰਸ ਕੱਢਣਾ ਨਹੀਂ ਆਉਂਦਾ। ਮੈਂ ਇੱਥੇ ਦੁਬਾਰਾ ਦੱਸ ਦਿੰਦਾ, ਜਲਦੀ ਦੇ ਨੇ ਦੱਸੋ ਕਿਸੇ ਮੈਟ੍ਰਿਕਸ ਦਾ ਇਨਵਰਸ ਕੱਢਣਾ ਜਿਹਨੂੰ ਨਹੀਂ ਆਉਂਦਾ। ਹੈ ਤਾਂ ਨਹੀਂ ਕੋਈ ਸਟੂਡੈਂਟ ਅਜਿਹਾ ਤਾਂ ਨਹੀਂ ਜਿਹਨੂੰ ਮੈਟ੍ਰਿਕਸ ਦਾ ਇਨਵਰਸ ਕੱਢਣਾ ਨਹੀਂ ਆਉਂਦਾ? ਮੈਨੂੰ ਹੈਂਡ ਰੇਜ਼ ਕਰਕੇ ਦੱਸ ਦਿਓ, ਹੁਣੇ ਦੱਸ ਦੇਣਾ ਮੈਂ। ਸਾਰਿਆਂ ਨੂੰ ਆਉਂਦਾ? ਲਓ ਜੀ, P ਮੈਟ੍ਰਿਕਸ ਦਾ ਇਨਵਰਸ ਕੱਢ ਲੈਣਾ। ਜੇ ਕੋਈ ਹੁੰਦਾ ਮਹਾਰਥੀ ਫਿਰ ਦੇਖਦੇ ਆਪਾਂ ਵੀ ਉਹਨੂੰ ਜਿਹਨੂੰ ਇਨਵਰਸ ਹੀ ਨਹੀਂ ਕੱਢਣਾ ਆਉਂਦਾ। ਪਲੱਸ 2 ਚ ਬਹੁਤ ਚੰਗੇ ਤਰੀਕੇ ਨਾਲ ਤੁਹਾਨੂੰ ਇਨਵਰਸ ਕੱਢਣਾ ਸਿਖਾਇਆ ਗਿਆ। ਇੱਥੇ ਵੀ ਆਪਾਂ ਨੇ ਇੱਕ ਚੈਪਟਰ ਦੇ ਵਿੱਚ ਇਨਵਰਸ ਕੱਢਣਾ ਸਿੱਖਿਆ ਸੀਗਾ, ਰੈਂਕ ਵਾਲੇ ਚੈਪਟਰ 'ਚ ਇਨਵਰਸ ਕੱਢਣਾ ਸਿੱਖਿਆ ਸੀ। ਸੋ P ਦਾ ਇਨਵਰਸ ਪਤਾ ਕਰ ਲੈਣਾ। 2 ਸਟੈਪ ਅੱਜ ਦੇ ਆਏ ਨੇ, ਆਈਗਨ ਵੈਲਿਊਜ਼ ਅਤੇ ਆਈਗਨ ਵੈਕਟਰਸ ਦਾ ਤੁਹਾਡਾ ਕੱਲ ਦਾ ਕੰਮ ਸੀ। ਅੱਜ ਤਾਂ ਹਾਲ ਤੱਕ ਮੈਂ 2 ਸਟੈਪ ਦੱਸੇ ਨੇ। ਇੱਕ P ਮੋਰਲ ਮੈਟ੍ਰਿਕਸ ਤਿਆਰ ਕਰ ਲੈਣੀ ਆ, ਆਈਗਨ ਵੈਕਟਰਸ ਨੂੰ ਇੱਕ ਮੈਟ੍ਰਿਕਸ ਦੀ ਫਾਰਮ 'ਚ ਲਿਖ ਕੇ ਉਹ ਤੋਂ ਬਾਅਦ ਉਹਦਾ ਇਨਵਰਸ ਕੱਢ ਲੈਣਾ, P ਦਾ ਇਨਵਰਸ ਕੱਢ ਲੈਣਾ। ਕਹਿਣ ਨੂੰ ਬਹੁਤ ਸੌਖਾ ਜਿਹਾ ਕੰਮ ਆ ਕਿ P ਦਾ ਇਨਵਰਸ ਕੱਢ ਲਓ ਨਿਕਲ ਜੂਗਾ, ਪਰ ਟਾਈਮ ਲੱਗੂ, 5-7 ਮਿੰਟ ਘੱਟੋ ਘੱਟ ਇਨਵਰਸ ਕੱਢਣ ਤੇ ਲੱਗ ਜਾਣਗੇ ਤੁਹਾਨੂੰ। ਸੋ ਥੋੜੀ ਜਿਹੀ ਪ੍ਰੈਕਟਿਸ ਨਾਲ ਸਪੀਡ ਇਨਕਰੀਜ਼ ਕਰਿਓ, ਕਿਤੇ ਤੁਹਾਨੂੰ ਪੇਪਰਾਂ 'ਚ ਇਹ ਨਾ ਹੋਵੇ ਵੀ ਸਮ ਤੁਹਾਨੂੰ ਸਾਰੇ ਆਉਂਦੇ ਨੇ ਪਰ ਤੁਹਾਡੇ ਤੋਂ ਅਟੈਂਪਟ ਨਹੀਂ ਹੋ ਰਿਹਾ, ਟਾਈਮ ਘਟ ਗਿਆ। ਇਸ ਪੇਪਰ 'ਚ ਟਾਈਮ ਘਟਣ ਦੀਆਂ ਪੋਸੀਬਿਲਿਟੀਜ਼ ਹੁੰਦੀਆਂ ਨੇ, ਖਾਸ ਤੌਰ ਤੇ ਮੈਟ੍ਰਿਕਸ ਵਾਲੇ ਸਮਸ ਦੇ ਵਿੱਚ। ਲਓ ਜੀ, P ਦਾ ਇਨਵਰਸ ਕੱਢਣ ਤੋਂ ਬਾਅਦ ਆਪਾਂ ਇੱਕ D ਨਾਮ ਦੀ ਮੈਟ੍ਰਿਕਸ ਪਤਾ ਕਰਾਂਗੇ, ਕੈਪੀਟਲ D, ਜਿਹੜੀ ਕੀ ਹੋਊਗੀ P ਇਨਵਰਸ ਇੰਟੂ A ਇੰਟੂ P। ਤਿੰਨ ਚੀਜ਼ਾਂ ਨੇ। A ਤਾਂ ਗਿਵਨ ਸਕੁਅਰ ਮੈਟ੍ਰਿਕਸ ਹੀ ਹੋਗੀ, P ਆਪਾਂ ਨੇ ਪਤਾ ਕੀਤੀ ਆ ਆਈਗਨ ਵੈਕਟਰਸ ਨੂੰ ਵੈਕਟਰ ਦੀ ਫਾਰਮ 'ਚ ਲਿਖ ਕੇ, P ਦਾ ਇਨਵਰਸ P ਤੋਂ ਨਿਕਲਿਆ ਆ। ਸੋ ਪਹਿਲਾਂ P ਦੇ ਇਨਵਰਸ ਨੂੰ A ਨਾਲ ਮਲਟੀਪਲਾਈ ਕਰਕੇ ਇੱਕ ਮੈਟ੍ਰਿਕਸ ਕੱਢ ਲਓ, ਇਹਨਾਂ ਦੋਨਾਂ ਦੀ ਮਲਟੀਪਲਾਈ ਕਰਕੇ ਇੱਕ ਮੈਟ੍ਰਿਕਸ ਆ ਜਾਊਗੀ। ਉਸ ਮੈਟ੍ਰਿਕਸ ਨੂੰ ਬਾਅਦ ਦੇ ਵਿੱਚ P ਨਾਲ ਮਲਟੀਪਲਾਈ ਕਰਨਾ, ਤੁਹਾਡੇ ਕੋਲੇ ਇੱਕ ਡਾਇਗਨਲ ਮੈਟ੍ਰਿਕਸ ਆ ਜਾਊਗੀ। ਜਦੋਂ ਤੁਸੀਂ P ਇਨਵਰਸ ਇੰਟੂ P ਨੂੰ ਸੋਲਵ ਕਰੋਗੇ ਇੱਕ ਡਾਇਗਨਲ ਮੈਟ੍ਰਿਕਸ ਆਊਗੀ। ਇਸ ਡਾਇਗਨਲ ਮੈਟ੍ਰਿਕਸ ਦੀ ਖਾਸੀਅਤ ਕੀ ਹੋਊਗੀ, ਇਹਦੀਆਂ ਜਿਹੜੀਆਂ ਆਹ ਡਾਇਗਨਲ ਐਂਟਰੀਜ਼ ਨੇ ਇਹ ਹਮੇਸ਼ਾ ਹੀ ਤੁਹਾਡੀਆਂ ਆਈਗਨ ਵੈਲਿਊਜ਼ ਹੋਣਗੀਆਂ। ਜਿਹੜੀਆਂ ਤੁਸੀਂ ਉੱਪਰ ਆਈਗਨ ਵੈਲਿਊਜ਼ ਪਤਾ ਕੀਤੀਆਂ ਨੇ ਨਾ ਪਹਿਲੇ ਸਟੈਪ ਦੇ ਵਿੱਚ, ਉਹੀ ਇੱਥੇ ਐਜ਼ ਏ ਡਾਇਗਨਲ ਐਂਟਰੀਜ਼ ਪਈਆਂ ਹੋਣਗੀਆਂ। ਤੁਹਾਡਾ ਸਮ ਮੌਕੇ ਤੇ ਹੀ ਚੈੱਕ ਹੋ ਜਾਊਗਾ ਤੁਹਾਡੇ ਵੱਲੋਂ ਵੀ ਮੈਂ ਸਮ ਜੋ ਕਰਿਆ ਸਹੀ ਆ, ਮੇਰੇ ਨੰਬਰ ਪੂਰੇ ਆਉਂਦੇ ਨੇ ਜਾਂ ਨਾ। ਇਹੋ ਜਿਹੇ ਸਮਝ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਨਾ ਸਿੱਖੋ ਤਾਂ ਕਿ ਆਪਾਂ ਆਪਣੇ ਪੇਪਰ ਬਾਰੇ ਸ਼ੋਰਿਟੀ ਲੈ ਸਕੀਏ ਵੀ ਇੰਨੇ ਨੰਬਰ ਤਾਂ ਜੀ ਮੇਰੇ ਬਣਦੇ ਨੇ। ਠੀਕ ਹੈ, ਸੋ ਇਹਦੀਆਂ ਜਿਹੜੀਆਂ ਐਂਟਰੀਜ਼ ਹੋਣਗੀਆਂ, diagonal matrix is of order n with the diagonal elements same as the eigen values। ਇਹਦੀਆਂ ਜਿਹੜੀਆਂ diagonal ਐਂਟਰੀਜ਼ ਆ ਰਹੀਆਂ ਨੇ ਇਹ ਤੁਹਾਡੀਆਂ ਆਈਗਨ ਵੈਲਿਊਜ਼ ਹੀ ਨੇ। ਇੱਥੇ ਆਪਣੀ ਜਿਹੜੀ A ਮੈਟ੍ਰਿਕਸ ਆ ਉਹ ਡਾਇਗਨਲਾਈਜ਼ੇਬਲ ਹੋ ਗਈ, ਇੱਥੇ ਹੀ ਸਮ ਬੰਦ ਕਰ ਦੇਣਾ। ਠੀਕ ਹੈ, ਇੱਕ ਤਾਂ ਅੱਜ ਦਾ ਇਹ ਕੰਮ ਹੈ ਡਾਇਗਨਲਾਈਜ਼ੇਬਲ ਦਾ। ਉਸ ਤੋਂ ਬਾਅਦ ਆ ਵੈਰੀਫਿਕੇਸ਼ਨ ਆਫ ਕੈਲੇ ਹੈਮਿਲਟਨ ਥਿਊਰਮ। ਇਹ ਮੈਂ ਬਾਅਦ ਚ ਦੱਸਦਾ, ਪਹਿਲਾਂ ਤੁਹਾਨੂੰ ਕੋਈ ਡਾਇਗਨਲਾਈਜ਼ੇਬਲ ਦਾ ਸਮ ਦੱਸਦਾ ਕਿਸ ਤਰ੍ਹਾਂ ਨਾਲ ਆਉਂਦਾ। ਕਲਾਸ ਨਹੀਂ ਲਾਈ, ਕਿੱਧਰ ਤੁਰੇ ਫਿਰੀ ਜਾਂਦੇ ਤੁਸੀਂ? ਟਾਈਮ ਸਿਰ ਕਲਾਸ ਚ ਆਇਆ ਕਰੋ। ਇਹ ਤਾਂ ਕੱਲ ਵਾਲਾ ਹੀ ਕੰਮ ਆ, ਆਈਗਨ ਵੈਲਿਊਜ਼ ਆਈਗਨ ਵੈਕਟਰਸ ਕੱਢਣੇ ਦੱਸ ਰਿਹਾ। ਇਹ ਐਕਸਰਸਾਈਜ਼ ਆਈਗਨ ਵੈਲਿਊ ਤੇ ਆਈਗਨ ਵੈਕਟਰ ਦੀ ਹੋਈ ਆ।
हाँ जी, आ देखो इस मैट सम आ गया कोई, फाइंड ऑल आइगन वैल्यूज एंड आइगन वेक्टर्स ऑफ द मैट्रिक्स दिस इज दिस मैट्रिक्स इज डायगोनलाइजेबल, गिव रीजंस। और दरवाजा लाओ भी पहले अब पोस्टर जे काहदे चक्की फिरदे हो तुसीं? काहदे कार्ड किने कहा? चलो ਇਹਦੇ ਵਿੱਚ ਤੁਹਾਨੂੰ ਕੀ ਕਿਹਾ ਗਿਆ, ਆਈਗਨ ਵੈਲਿਊਜ਼ ਵੀ ਪਤਾ ਕਰੋ, ਆਈਗਨ ਵੈਕਟਰਸ ਵੀ ਪਤਾ ਕਰੋ, ਇਹ ਵੀ ਦੱਸੋ ਕਿ ਕੀ ਮੈਟ੍ਰਿਕਸ ਡਾਇਗੋਨਲਾਈਜ਼ੇਬਲ ਹੈਗੀ ਹੈ ਜਾਂ ਨਹੀਂ, ਆਪਣੇ ਰੀਜ਼ਨਸ ਦਿਓ। ਜੇ ਉਹ ਕੱਲਾ ਐਵੇਂ ਕਹਿ ਦਿੰਦਾ ਕਿ ਮੈਟ੍ਰਿਕਸ ਡਾਇਗੋਨਲਾਈਜ਼ੇਬਲ ਹੈ ਜਾਂ ਨਾ, ਤਾਂ ਵੀ ਆਪਾਂ ਨੂੰ ਆਈਗਨ ਵੈਲਿਊ ਆਈਗਨ ਵੈਕਟਰ ਕੱਢਣੇ ਪੈਣੇ ਹੀ ਸੀ, ਭਾਵੇਂ ਉਹ ਕਵੇ ਭਾਵੇਂ ਨਾ ਕਵੇ ਐਗਜ਼ਾਮੀਨਰ। ਜੇ ਉਹਨੇ ਡਾਇਗੋਨਲਾਈਜ਼ੇਬਲ ਅੱਜ ਦਾ ਟੌਪਿਕ ਪੁੱਛ ਲਿਆ ਕਿ ਕੀ ਮੈਟ੍ਰਿਕਸ ਡਾਇਗੋਨਲਾਈਜ਼ੇਬਲ ਹੈ ਜਾਂ ਨਾ, ਤਾਂ ਆਪਾਂ ਨੂੰ ਆਈਗਨ ਵੈਲਿਊਜ਼ ਅਤੇ ਆਈਗਨ ਵੈਕਟਰ ਤਾਂ ਪਤਾ ਕਰਨੇ ਹੀ ਪੈਣਗੇ। ਸੋ ਆਪਾਂ ਸਟਾਰਟਿੰਗ ਕਰਦੇ ਹਾਂ ਸਟਾਰਟ ਤੋਂ। ਸਮ ਨੂੰ ਪਹਿਲਾਂ A ਮੈਟ੍ਰਿਕਸ ਆ, ਇੱਕ ਆਈਡੈਂਟੀਟੀ ਮੈਟ੍ਰਿਕਸ ਪਤਾ ਕੀਤੀ, ਇੱਕ ਲੈਮਡਾ I ਮੈਟ੍ਰਿਕਸ ਪਤਾ ਕੀਤੀ, ਉਸ ਤੋਂ ਬਾਅਦ ਇੱਕ A ਮਾਈਨਸ ਲੈਮਡਾ I ਨਾਮ ਦੀ ਮੈਟ੍ਰਿਕਸ ਪਤਾ ਕਰ ਲਈ, ਇਹਦੀਆਂ ਡਾਇਗੋਨਲ ਐਂਟਰੀਜ਼ ਦੇ ਵਿੱਚੋਂ ਲੈਮਡਾ ਮਾਈਨਸ ਕਰਨ ਤੋਂ ਬਾਅਦ ਹੁਣ ਆਪਾਂ ਨੇ ਜਿਹੜੀ ਇਹ A ਮਾਈਨਸ ਲੈਮਡਾ I ਮੈਟ੍ਰਿਕਸ ਆਈ ਆ, ਇਹਦਾ ਡਿਟਰਮੀਨੈਂਟ ਕਰ ਲੈਣਾ। ਡਿਟਰਮੀਨੈਂਟ ਐਕਸਪੈਂਡ ਬਾਈ ਰੋ 1 ਵਗੈਰਾ ਕਰ ਲਿਆ, ਐਕਸਪੈਂਡ ਕਰਨ ਤੋਂ ਬਾਅਦ ਇਹਦੀਆਂ ਵੈਲਿਊਜ਼ ਕੱਢ ਲਈਆਂ, 2 2 3 ਆ ਗਈਆਂ, ਇਹ ਆਈਗਨ ਵੈਲਿਊਜ਼ ਆ ਗਈਆਂ। ਨੰਬਰ ਆਫ ਆਈਗਨ ਵੈਲਿਊਜ਼ ਕਿੰਨਾ ਆ? 3, 3 ਆਈਗਨ ਵੈਲਿਊਜ਼ ਆ ਗਈਆਂ। ਹੁਣ ਆਪਣਾ ਕੰਮ ਕੀ, ਆਈਗਨ ਵੈਲਿਊਜ਼ ਤੋਂ ਬਾਅਦ ਆਈਗਨ ਵੈਕਟਰ ਪਤਾ ਕਰਨ ਦਾ, ਜਿਹੜਾ ਆਪਾਂ ਨੇ ਕੱਲ ਦੀ ਕਲਾਸ ਦੇ ਵਿੱਚ ਕੀਤਾ ਸੀ। ਸੋ ਟਰਨ ਬਾਈ ਟਰਨ ਹਰੇਕ ਆਈਗਨ ਵੈਲਿਊ ਨੂੰ ਆਪਾਂ ਨੇ ਕਿਹਦੇ ਵਿੱਚ ਪੁੱਟ ਕਰਨਾ? A ਮਾਈਨਸ ਲੈਮਡਾ I ਇੰਟੂ x ਇਕੁਅਲ ਟੂ 0 ਦੇ ਵਿੱਚ। ਪਹਿਲਾਂ ਆਈਗਨ ਵੈਲਿਊ 3 ਲੈ ਲਈ ਤਾਂ ਇੱਥੇ 3 ਪੁੱਟ ਕਰਤਾ, ਤਾਂ ਆਪਾਂ ਨੇ ਇਹਦੇ ਤੇ ਰੈਂਕ ਪ੍ਰੋਸੈਸ ਫੋਲੋ ਕਰ ਲਿਆ। ਰੈਂਕ ਕਿੰਨਾ ਆ ਗਿਆ ਇਹਦਾ? ਇੱਥੇ 1 0 ਰੋ ਆ, ਉਹਨੂੰ ਛੱਡ ਕੇ 2, ਤਾਂ ਦੇਅਰਫੋਰ ਨੰਬਰ ਆਫ ਲੀਨੀਅਰ ਇੰਡੀਪੈਂਡੈਂਟ ਸੋਲੂਸ਼ਨਸ ਕਿੰਨਾ ਆਇਆ? 3 ਵੈਰੀਏਬਲ ਸੀ, 2 ਰੈਂਕ ਆ, 1 ਆਇਆ। ਇਹਦਾ ਮਤਲਬ ਬਾਕੀ ਬਚਦੀਆਂ ਇਕੁਏਸ਼ਨਾਂ ਲਿਖਦੇ ਆ ਪਹਿਲਾਂ ਤਾਂ। ਇੱਥੇ ਕੀ ਆ? -x + y = 0। ਦੂਜੀ ਇਕੁਏਸ਼ਨ ਕੀ ਆ? -2y - z = 0। ਹੁਣ ਇਹਦੇ ਵਿੱਚ ਜੇ ਇੱਕ ਲੀਨੀਅਰ ਇੰਡੀਪੈਂਡੈਂਟ ਸੋਲੂਸ਼ਨ ਹੈ, ਤੁਸੀਂ ਐਵੇਂ ਲਿਖ ਕੇ ਦਿਖਾਉਣਾ, ਉੱਥੇ ਸ਼ੋਅ ਕਰਨਾ ਹੋਮਵਰਕ 'ਚ ਵੀ, ਫੇਅਰ ਕਾਪੀ ਤੇ ਵੀ, ਜਿਹੜਾ ਕੋਈ ਕਾਪੀ ਰਜਿਸਟਰ ਬਣਾ ਰਹੇ ਹੋ ਬਾਈ ਚਾਂਸ ਜੇ, ਤੇ ਫਾਈਨਲ ਐਗਜ਼ਾਮ 'ਚ ਵੀ ਇਹ ਚੀਜ਼ਾਂ ਲਿਖਣੀਆਂ ਨੇ ਕਿ ਰੈਂਕ ਕਿੰਨਾ ਆ, ਨੰਬਰ ਆਫ ਲੀਨੀਅਰ ਇੰਡੀਪੈਂਡੈਂਟ ਸੋਲੂਸ਼ਨ ਕਿੰਨੇ ਆਏ ਨੇ। ਜੇ ਇੱਕ ਬਾਕੀ ਬਚਦਾ ਤਾਂ ਇਹਦਾ ਮਤਲਬ ਬਾਕੀ ਬਚਦੀਆਂ ਇਕੁਏਸ਼ਨ ਦੇ ਵਿੱਚ ਕਿਸੇ ਵੀ ਇੱਕ ਵੈਰੀਏਬਲ ਦੀ ਵੈਲਿਊ ਨੂੰ ਸਿਰਫ ਇੱਕ ਵਾਰ ਮੰਨਣਾ। ਇਹਨਾਂ ਨੇ ਕੀ ਟੇਕ ਕਰ ਲਿਆ? y ਨੂੰ ਕੀ ਲੈਟ ਕਰ ਲਿਆ? 1 ਲੈਟ ਕਰ ਲਿਆ। y ਨੂੰ 1 ਲੈਟ ਕਰਕੇ ਇਸ ਇਕੁਏਸ਼ਨ 'ਚ ਭਰਿਆ, z ਨਿਕਲਿਆ, ਉੱਪਰ ਭਰਿਆ x ਨਿਕਲਿਆ, ਤਾਂ ਤੁਹਾਡਾ ਪਹਿਲਾ ਆਈਗਨ ਵੈਕਟਰ ਆ ਗਿਆ। ਇਹਨੂੰ ਏਦਾਂ ਲਿਖ ਦਿਆ ਕਰੋ, ਜਿਵੇਂ ਆਹ ਚੀਜ਼ ਆ ਗਈ, y ਨੂੰ 1 ਮੰਨ ਕੇ ਇਸ ਇਕੁਏਸ਼ਨ ਤੋਂ z ਆ ਗਿਆ, ਇਸ ਇਕੁਏਸ਼ਨ ਤੋਂ x ਆ ਗਿਆ, ਇਹ ਆਪਣਾ x1 ਆ ਗਿਆ, ਪਹਿਲਾ ਆਈਗਨ ਵੈਕਟਰ ਆ ਗਿਆ। ਇੱਕ ਆਈਗਨ ਵੈਕਟਰ ਆ ਗਿਆ 3 ਦੇ ਕੋਰਸਪੋਂਡਿੰਗ। ਦੂਜੀ ਆਈਗਨ ਵੈਲਿਊ ਸੀਗੀ 2, ਤਾਂ ਹੁਣ ਆਪਾਂ ਦੁਬਾਰਾ ਫੇਰ A - 2i ਆ ਜਿਹੜੀ ਸੀਗੀ ਲੈਮਡਾ ਦੀ ਜਗ੍ਹਾ ਤੇ 2 ਪੁੱਟ ਕਰਕੇ A - 2i ਪਤਾ ਕਰ ਲਿਆ। ਇਹਦਾ ਵੀ ਰੈਂਕ ਪਤਾ ਕਰ ਲਿਆ ਆਪਾਂ ਨੇ, ਇਹਦਾ ਵੀ ਰੈਂਕ ਕਿੰਨਾ ਆ ਗਿਆ? 2 ਆ ਗਿਆ। ਤਾਂ ਦੇਅਰਫੋਰ ਨੰਬਰ ਆਫ ਲੀਨੀਅਰ ਇੰਡੀਪੈਂਡੈਂਟ ਸੋਲੂਸ਼ਨਸ 3 ਵੈਰੀਏਬਲ, 2 ਰੈਂਕ, 1 ਆ ਗਿਆ। ਤਾਂ ਬਾਕੀ ਬਚਦੇ ਸਿਸਟਮ ਦੇ ਵਿੱਚ ਕਿਸੇ ਵੀ ਇੱਕ ਵੈਰੀਏਬਲ ਦੀ ਵੈਲਿਊ ਸਿਰਫ ਇੱਕ ਵਾਰ ਮੰਨੋ, ਤਾਂ ਤੁਹਾਡਾ ਦੂਜਾ ਆਈਗਨ ਵੈਕਟਰ ਆ ਗਿਆ, x2 ਆ ਗਿਆ। ਹੋਰ ਤਾਂ ਕੋਈ ਆਈਗਨ ਵੈਲਿਊ ਹੈ ਨਹੀਂ ਆਪਣੇ ਕੋਲੇ। ਆਪਣੇ ਕੋਲ ਆਈਗਨ ਵੈਲਿਊਜ਼ ਕੀ ਆਈਆਂ ਸੀਗੀਆਂ? ਇੱਕ 2i ਸੀ, ਇੱਕ 3i ਸੀ। ਆਪਾਂ 3 ਰੱਖ ਕੇ ਵੀ ਕਰ ਲਿਆ ਕੰਮ, 2 ਰੱਖ ਕੇ ਵੀ ਕਰ ਲਿਆ ਕੰਮ, ਫਿਨਿਸ਼ ਹੋ ਗਿਆ। ਇਹਦੇ ਕਿੰਨੇ ਆਈਗਨ ਵੈਕਟਰ ਆਏ ਨੇ? 2 ਆਏ ਨੇ। ਪਰ ਆਈਗਨ ਵੈਲਿਊ ਆਰਡਰ ਕਿੰਨਾ ਸੀਗਾ ਮੇਨ ਸਟੇਟਮੈਂਟ ਦਾ? ਮੇਨ ਸਟੇਟਮੈਂਟ ਦਾ ਆਰਡਰ ਸੀਗਾ 2, ਓਨਲੀ 2 ਲੀਨੀਅਰ ਇੰਡੀਪੈਂਡੈਂਟ ਵੈਕਟਰਸ। ਆਪਣੇ ਕੋਲ ਆਈਗਨ ਵੈਕਟਰ ਕਿੰਨੇ ਆਏ ਨੇ? 2 ਨੇ। ਮੈਂ ਤੁਹਾਨੂੰ ਸਟਾਰਟਿੰਗ 'ਚ ਕੀ ਦੱਸ ਕੇ ਗਿਆ ਸੀ ਵੀ ਜੇ ਨੰਬਰ ਆਫ ਆਈਗਨ ਵੈਕਟਰਸ ਦਿੱਤੀ ਹੋਈ ਸਕੁਏਅਰ ਮੈਟ੍ਰਿਕਸ ਦੇ ਬਰਾਬਰ ਹੋਵੇ, ਜਾਂ ਐਂ ਕਹਿ ਦੋ ਕਿ ਨੰਬਰ ਆਫ ਆਈਗਨ ਵੈਲਿਊਜ਼ ਅਤੇ ਨੰਬਰ ਆਫ ਆਈਗਨ ਵੈਕਟਰਸ ਬਰਾਬਰ ਹੋਣ। ਇਹਦੀਆਂ 3 ਆਈਗਨ ਵੈਲਿਊਜ਼ ਆ ਰਹੀਆਂ ਸੀ, ਪਰ 2 ਆਈਗਨ ਵੈਕਟਰ ਆ ਰਹੇ ਨੇ, ਇਸ ਲਈ ਇਹ ਮੈਟ੍ਰਿਕਸ ਹੈ ਜਿਹੜੀ ਡਾਇਗੋਨਲਾਈਜ਼ੇਬਲ ਨਹੀਂ ਹੈਗੀ। ਸੋ ਇਹ ਇਜ਼ ਨਾਟ ਡਾਇਗੋਨਲਾਈਜ਼ੇਬਲ। ਇਹ ਮੈਟ੍ਰਿਕਸ ਇੱਥੇ ਡਾਇਗੋਨਲਾਈਜ਼ੇਬਲ ਨਹੀਂ ਬਣਦੀ। ਹੋਰ ਕੋਈ ਸਮ ਦੇਖ ਲੈਂਦੇ ਆ, ਜਿਵੇਂ ਆਹ ਸਮ ਹੈ, ਇਹਦੇ ਵਿੱਚ ਆਈਗਨ ਵੈਲਿਊਜ਼ ਆਈਗਨ ਵੈਕਟਰਸ ਪੁੱਛਿਆ ਹੋਇਆ, ਡਾਇਗੋਨਲਾਈਜ਼ੇਬਲ ਪੁੱਛਿਆ ਹੈ, ਜਸਟੀਫਾਈ ਕਰਨਾ ਆਪਾਂ ਨੇ ਸਾਰੇ ਆਨਸਰ ਨੂੰ। ਸੋ ਇਹ ਦਿੱਤਾ ਹੋਇਆ ਆਈਡੈਂਟੀਟੀ ਮੈਟ੍ਰਿਕਸ ਕੀ ਆ, ਲੈਮਡਾ I ਮੈਟ੍ਰਿਕਸ ਕੀ ਆ, A ਮਾਈਨਸ ਲੈਮਡਾ I ਮੈਟ੍ਰਿਕਸ ਪਤਾ ਕਰ ਲਈ। ਉਸ ਤੋਂ ਬਾਅਦ A ਮਾਈਨਸ ਲੈਮਡਾ I ਮੈਟ੍ਰਿਕਸ ਦਾ ਡਿਟਰਮੀਨੈਂਟ ਕੀਤਾ, ਉਹਨੂੰ 0 ਦੇ ਇਕੁਅਲ ਰੱਖਿਆ। ਆਪਣੇ ਕੋਲੇ 2 2 6 3 ਆਈਗਨ ਵੈਲਿਊਜ਼ ਆ ਗਈਆਂ। ਧਿਆਨ ਦਿਓ ਬੋਰਡ ਤੇ, ਦੇਖੋ ਇੱਧਰ
2 2 6 3 ਆਈਗਨ ਵੈਲਿਊਜ਼ ਆ ਗਈਆਂ। ਸੋ ਨੰਬਰ ਆਫ ਆਈਗਨ ਵੈਲਿਊਜ਼ ਕਿੰਨਾ ਹੋ ਗਿਆ 3। ਪਹਿਲਾਂ ਆਪਾਂ ਇਹਦੇ ਵਿੱਚ ਪੁੱਟ ਕਰਦੇ ਆ ਜਿਹੜਾ ਸੀਗਾ ਆਪਣੇ ਕੋਲੇ a ਮਾਈਨਸ ਲੈਮਡਾ i ਇੰਟੂ x ਇਕੁਅਲ ਟੂ 0। ਇੱਥੇ ਲੈਮਡਾ ਦੀ ਜਗ੍ਹਾ ਤੇ ਪਹਿਲਾਂ ਆਪਾਂ 6 ਰੱਖ ਲਿਆ। ਸੋ 6 ਰੱਖ ਕੇ ਆਪਾਂ ਨੇ ਰੈਂਕ ਪ੍ਰੋਸੈਸ ਨੂੰ ਫੋਲੋ ਕੀਤਾ। ਰੈਂਕ ਪ੍ਰੋਸੈਸ ਨੂੰ ਫੋਲੋ ਕਰਨ ਤੋਂ ਬਾਅਦ ਦੇਖਦੇ ਆ ਇਹਦਾ ਕਿੰਨਾ ਰੈਂਕ ਆ ਰਿਹਾ। ਇਹਦਾ ਰੈਂਕ ਜੀ 2 ਆ ਗਿਆ। ਰੈਂਕ ਕਿੰਨਾ ਆ ਗਿਆ 2। ਤਾਂ देयरफॉर these equations have only 3 minus 2 ਇੱਕ ਲੀਨੀਅਰ ਇੰਡੀਪੈਂਡੈਂਟ ਸੋਲੂਸ਼ਨ ਆ ਗਿਆ। ਤਾਂ ਬਾਕੀ ਬਚਦੀਆਂ ਇਕੁਏਸ਼ਨਸ ਨੋਟ ਕਰ ਲਈਆਂ। ਇਹਦੇ ਵਿੱਚ ਕਿਸੇ ਇੱਕ ਵੇਰੀਏਬਲ ਦੀ ਵੈਲਿਊ ਨੂੰ ਤੁਸੀਂ ਇੱਕ ਵਾਰ ਮੰਨਣਾ, ਸਿਰਫ ਇੱਕ ਵਾਰ, ਕਿਉਂਕਿ ਇੱਕ ਲੀਨੀਅਰ ਇੰਡੀਪੈਂਡੈਂਟ ਸੋਲੂਸ਼ਨ ਆਉਂਦਾ। ਤਾਂ ਇਹਨਾਂ ਨੇ z ਦੀ ਵੈਲਿਊ ਨੂੰ 1 ਮੰਨ ਕੇ ਉੱਪਰ ਇਹਦੇ ਚ ਭਰ ਲਿਆ, y ਆ ਗਿਆ, ਇਹਦੇ ਚ ਪੁੱਟ ਕਰ ਲਿਆ x ਆ ਗਿਆ। ਸੋ ਫਾਈਨਲੀ ਤੁਹਾਡੇ ਕੋਲੇ ਪਹਿਲਾ ਆਈਗਨ ਵੈਕਟਰ ਆ ਗਿਆ। ਜਦੋਂ ਤੁਸੀਂ z ਦੀ ਵੈਲਿਊ ਨੂੰ 1 ਮੰਨਿਆ ਤਾਂ ਇੱਕ ਆਈਗਨ ਵੈਕਟਰ ਆ ਗਿਆ। ਆਈਗਨ ਵੈਕਟਰ ਆ ਗਿਆ ਪਹਿਲਾ, ਇਹਨੂੰ ਅਲੱਗ ਤੋਂ ਨੋਟ ਕਰ ਦਿਓ ਕਿਤੇ। ਹੁਣ ਦੁਬਾਰਾ ਤੋਂ ਆਪਾਂ ਨੇ ਕੀ ਕੰਮ ਕਰਨਾ, a ਮਾਈਨਸ ਲੈਮਡਾ i ਮੈਟ੍ਰਿਕਸ ਦੇ ਵਿੱਚ ਲੈਮਡਾ ਦੀ ਨੈਕਸਟ ਵੈਲਿਊ ਪੁੱਟ ਕਰਤੀ 2। ਹੁਣ ਆਪਾਂ ਇਹਦੇ ਅਕੋਰਡਿੰਗ ਸੋਲਵ ਕਰਾਂਗੇ, ਕਿਉਂਕਿ ਲੈਮਡਾ ਦੀਆਂ 3 ਵੈਲਿਊਜ਼ ਆ ਰਹੀਆਂ ਸੀਗੀਆਂ 2 2 ਅਤੇ 6। ਇੱਕ ਕੇਸ 6 ਦੇ ਅਕੋਰਡਿੰਗ ਬਣੂਗਾ, ਦੂਜਾ ਕੇਸ 2 ਦੇ ਅਕੋਰਡਿੰਗ ਬਣੂਗਾ। ਜੇ ਮੰਨ ਲਓ 2 3 6 ਆਉਂਦੀਆਂ ਤਾਂ ਇੱਕ ਕੇਸ 2 ਦੇ ਅਕੋਰਡਿੰਗ ਬਣਦਾ, ਦੂਜਾ ਕੇਸ 3 ਦੇ ਅਕੋਰਡਿੰਗ ਬਣਦਾ, ਤੀਜਾ ਕੇਸ 6 ਦੇ ਅਕੋਰਡਿੰਗ ਬਣਦਾ। ਠੀਕ ਹੈ, ਹਰੇਕ ਡਿਸਟਿੰਕਟ ਵੈਲਿਊ ਦੇ ਕੋਰਸਪੋਂਡਿੰਗ ਅਲੱਗ ਕੇਸ ਬਣੂ। ਹੁਣ ਆਪਾਂ ਲੈਮਡਾ ਦੀ ਜਗ੍ਹਾ ਤੇ 2 ਰੱਖ ਕੇ ਦੁਬਾਰਾ ਤੋਂ ਰੈਂਕ ਪ੍ਰੋਸੈਸ ਫੋਲੋ ਕੀਤਾ। ਇੱਥੇ ਰੈਂਕ ਕਿੰਨਾ ਆ ਗਿਆ ਦੇਖੋ, ਤਾਂ ਕਈਆਂ ਨੂੰ ਦਿਖਦਾ ਨਹੀਂ ਹੋਣਾ, ਮੈਂ ਉੱਚਾ ਕਰ ਲੈਣਾ ਬੋਰਡ ਤੇ। ਹੁਣ ਇੱਥੇ ਰੈਂਕ ਕਿੰਨਾ ਆ ਗਿਆ ਜੀ, ਰੈਂਕ ਆ ਗਿਆ 1। ਤਾਂ 3 ਮਾਈਨਸ 1 ਕਰਕੇ 2 ਲੀਨੀਅਰ ਇੰਡੀਪੈਂਡੈਂਟ ਸੋਲੂਸ਼ਨ ਆ ਗਏ। ਬਾਕੀ ਬਚਦੀਆਂ ਇਕੁਏਸ਼ਨਾਂ ਕੀ ਨੇ, x ਪਲੱਸ y ਪਲੱਸ z ਇਕੁਅਲ ਟੂ 0। ਆ ਇਕੁਏਸ਼ਨ ਆ। ਇਹਦੇ ਵਿੱਚ ਇੱਕ ਵਾਰੀ ਆਪਾਂ ਪਹਿਲੇ ਕੇਸ ਦੇ ਵਿੱਚ ਫਸਟ ਟਾਈਮ y ਨੂੰ 1 ਅਤੇ z ਨੂੰ 0 ਭਰ ਕੇ ਆਪਾਂ ਨੇ ਦੂਜਾ ਆਈਗਨ ਵੈਕਟਰ ਕੱਢ ਲਿਆ। ਸੈਕੰਡ ਟਾਈਮ ਬਦਲ ਲੀਆਂ ਵੈਲਿਊਜ਼, y ਨੂੰ 1 ਅਤੇ z ਨੂੰ 0 ਮੰਨਿਆ ਸੀ, ਇੱਥੇ y ਨੂੰ 0 ਤੇ z ਨੂੰ 1 ਮੰਨ ਕੇ ਤੁਹਾਡੇ ਕੋਲੇ ਤੀਜਾ ਆਈਗਨ ਵੈਕਟਰ ਆ ਗਿਆ। ਇਹਦੀਆਂ ਆਈਗਨ ਵੈਲਿਊ ਸੀਗੀਆਂ 3। ਆਈਗਨ ਵੈਕਟਰਸ ਵੀ ਕਿੰਨੇ ਆ ਗਏ 3, ਬਰਾਬਰ ਆ ਗਈ ਕਾਊਂਟਿੰਗ। ਤਾਂ ਯੈਸ ਇਹ ਮੈਟ੍ਰਿਕਸ ਹੈ ਜਿਹੜੀ ਇਹ ਡਾਇਗੋਨਲਾਈਜ਼ੇਬਲ ਹੈਗੀ ਹੈ। ਤਾਂ ਇਹੀ ਚੀਜ਼ ਤੁਸੀਂ ਲਿਖਣੀ ਆ। ਠੀਕ ਹੈ, ਨੰਬਰ ਆਫ ਆਈਗਨ ਵੈਲਿਊ ਵੈਕਟਰਸ ਆਰ ਇਕੁਅਲ ਟੂ ਦਿਸ। ਤਾਂ ਫਿਰ ਇੱਥੇ ਲਿਖਿਆ ਨਹੀਂ ਹੋਇਆ ਪਰ ਤੁਸੀਂ ਲਿਖ ਦੇਣਾ, ਨੰਬਰ ਆਫ ਆਈਗਨ ਵੈਕਟਰਸ ਇਜ਼ ਇਕੁਅਲ ਟੂ ਦਾ ਆਰਡਰ ਆਫ ਗਿਵਨ ਸਕੁਅਰ ਮੈਟ੍ਰਿਕਸ A, देयरफॉर मैट्रिक्स इज डायगोनलाइजेबल। या एवं लिख दो, नंबर ऑफ आइगन वैल्यूज इक्वल टू नंबर ऑफ आइगन वैक्टर्स, देयरफॉर गिवन स्क्वायर मैट्रिक्स A इज डायगोनलाइजेबल। उस तो बाद तुहानू की दस्सिया सी, एक मॉरल मैट्रिक्स पता करनी है कैपिटल P, जिहदे विच तीनों आइगन वैक्टर्स वैक्टर फॉर्म च लिख दो। जिवें ओहदा आ दूजा आया सी -1 -1 1 0, तो -1 1 0 आ गया। तीजा कितना आया सी -1 0 1, तो -1 0 1। आपां ने P मैट्रिक्स पता कर ली। उस तो बाद का स्टैप की सीगा, इस P मैट्रिक्स का इनवर्स पता करना। हुण P का इनवर्स पता करने के लिए या तो +2 वाली टेक्नीक लगा लो, माइनर को फैक्टर लगा के कढ़ लो। जे टाइम ज़्यादा लगता तो लैफ्ट हैंड साइड से तुसी P मैट्रिक्स रख लो, 1 -1 -1 2 1 0 1 0 1। राइट हैंड साइड से आइडेंटिटी लिख लो 1 0 0 0 1 0 0 0 1 इंटू P। ਤਾਂ ਇਹਨੂੰ ਤੁਸੀਂ ਆਇਡੈਂਟੀਟੀ ਬਣਾਓ, ਜਿਹੜੇ ਆਪਰੇਸ਼ਨ ਇੱਧਰ ਵਰਤੋਗੇ ਉਹੀ ਤੁਸੀਂ ਇੱਧਰ ਲਗਾਈ ਚੱਲੋ। ਜਦੋਂ ਲੈਫਟ ਹੈਂਡ ਸਾਈਡ ਤੁਹਾਡੀ ਆਇਡੈਂਟੀਟੀ ਬਣ ਗਈ ਤਾਂ ਰਾਈਟ ਹੈਂਡ ਸਾਈਡ ਤੇ ਤੁਹਾਨੂੰ P ਦਾ ਇਨਵਰਸ ਮਿਲ ਜਾਊਗਾ। ਸੋ 2 ਮੈਥਡ ਨੇ ਮੇਰੇ ਕੋਲੇ ਇਨਵਰਸ ਕੱਢਣ ਦੇ ਹਲੇ ਤੱਕ। ਤੁਸੀਂ ਦੋਨਾਂ ਚੋਂ ਕੋਈ ਵੀ ਟੈਕਨੀਕ ਜਿਹੜੀ ਤੁਹਾਨੂੰ ਸੌਖੀ ਲੱਗਦੀ ਉਹ ਲਗਾ ਕੇ P ਤੋਂ ਬਾਅਦ P ਦਾ ਇਨਵਰਸ ਕੱਢ ਲਓ। ਸੋ ਫਾਈਨਲੀ ਜਦੋਂ ਤੁਹਾਡੇ ਕੋਲੇ P ਦਾ ਇਨਵਰਸ ਆ ਗਿਆ, ਜਿਵੇਂ ਇੱਥੇ ਇਹਨਾਂ ਨੇ P ਦਾ ਇਨਵਰਸ ਕੱਢ ਲਿਆ, ਤਾਂ ਆਪਾਂ ਇੱਕ D ਨਾਮ ਦੀ ਮੈਟ੍ਰਿਕਸ ਪਤਾ ਕਰਾਂਗੇ ਜਿਹੜੀ ਕਿ ਹੋਊਗੀ P ਇਨਵਰਸ ਇੰਟੂ A ਇੰਟੂ P। ਪਹਿਲਾਂ ਆਪਾਂ ਇਹਨਾਂ ਦੋਨਾਂ ਮੈਟ੍ਰਿਕਸ ਦੀ ਮਲਟੀਪਲਾਈ ਕਰ ਲੈਂਦੇ ਆ। ਸੀਗੀ P ਇਨਵਰਸ, ਆ ਸੀਗੀ ਦਿੱਤੀ ਹੋਈ ਮੈਟ੍ਰਿਕਸ A, ਆ ਹੋਊਗੀ P। ਤਾਂ ਆਪਾਂ ਇਹਨਾਂ ਦੋਨਾਂ ਮੈਟ੍ਰਿਕਸ ਦੀ ਮਲਟੀਪਲਾਈ ਕਰ ਲਈ ਜੀ, ਇੱਥੇ ਆ ਗਏ। ਹੁਣ ਆਪਾਂ ਇਹਨਾਂ ਦੋਨਾਂ ਦੀ ਮਲਟੀਪਲਾਈ ਕਰਾਂਗੇ। ਇਹਨਾਂ ਦੋਨਾਂ ਦੀ ਮਲਟੀਪਲਾਈ ਕਰਨ ਤੋਂ ਬਾਅਦ ਆਪਣੇ ਕੋਲੇ ਇੱਕ ਮੈਟ੍ਰਿਕਸ ਬਚਦੀ ਆ, ਔਰ ਉਹ ਵੀ ਇੱਕ ਮੈਟ੍ਰਿਕਸ ਐਦਾਂ ਦੀ ਬਚਦੀ ਆ ਜਿਹੜੀ ਕਿ ਡਾਇਗੋਨਲ ਮੈਟ੍ਰਿਕਸ ਆ, ਜਿਹਦੀਆਂ ਡਾਇਗੋਨਲ ਐਂਟਰੀਜ਼ ਕੀ ਨੇਗੀਆਂ, ਉਹੀ ਐਂਟਰੀਜ਼ ਨੇ ਜਿਹੜੀਆਂ ਤੁਹਾਡੀਆਂ ਆਈਗਨ ਵੈਲਿਊਜ਼ ਆ ਰਹੀਆਂ ਸੀ। ਆਈਗਨ ਵੈਲਿਊਜ਼ ਆ ਰਹੀਆਂ ਸੀ 2 2 6 ਜਾਂ 6 2 2, ਇਹੀ ਤੁਹਾਡੀਆਂ ਆਈਗਨ ਵੈਲਿਊਜ਼ ਨੇਗੀਆਂ। ਤਾਂ ਯੈਸ ਵਿਚ ਇਜ਼ ਏ ਡਾਇਗੋਨਲ ਮੈਟ੍ਰਿਕਸ। ਅੱਜ ਦਾ ਮੇਨ ਕੰਮ ਇਹ ਆ ਤੁਹਾਡਾ। ਬਾਈ ਚਾਂਸ ਪੇਪਰ 'ਚ ਆ ਗਿਆ ਕੁਐਸਚਨ ਤਾਂ ਫ੍ਰੀ ਦੇ ਨੰਬਰ ਨੇ,
ਤੁਸੀਂ ਸਾਰਾ ਸਮ ਮੌਕੇ ਤੇ ਹੀ ਕਰਕੇ ਮੌਕੇ ਤੇ ਹੀ ਚੈੱਕ ਕਰ ਸਕਦੇ ਹੋ ਮੇਰਾ ਸਮ ਸਹੀ ਹੋ ਗਿਆ। ਲਓ ਜੀ ਅੱਜ ਦਾ ਕੰਮ ਇੰਨਾ ਕਾ। ਹੁਣ ਅੱਗੇ ਪੜ੍ਹਨਾ ਤਾਂ ਮੈਨੂੰ ਦੱਸੋ, ਮੈਂ ਨੈਕਸਟ ਟੌਪਿਕ ਸਟਾਰਟ ਕਰ ਲੈਣਾ। ਕੱਲ ਕਰਨਾ ਪਰਸੋਂ ਕਰਨਾ ਤਾਂ ਬਾਅਦ ਚ ਕਰ ਲਾਂਗੇ। ਕੱਲ ਕਲਾਸ ਲੱਗਣੀ ਨਹੀਂ, ਕੱਲ ਮੇਰੀ ਡਿਊਟੀ ਆ, ਮੈਂ ਕਿਤੇ ਜਾਣਾ। ਹਾਂਜੀ ਕੱਲ ਫਰਾਈਡੇ ਆ, ਅੱਜ ਫਰਾਈਡੇ ਆ, ਫਿਰ ਕਰ ਲਓ ਯਾਰ, ਥੋੜਾ ਬਹੁਤਾ ਕਰ ਲਓ। ਚਲੋ ਇਹਨੂੰ ਬੰਦ ਕਰੋ, ਭੱਜੋ।